ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ। ਆਵਤ ਹੁਕਮ ਬਿਨਾਸ਼ ਹੁਕਮ, ਆਗਿਆ ਭਿੰਨ ਨ ਕੋਇ। ਆਵਨ ਜਾਨਾ ਤਿਹ ਮਿਟੈ, ਨਾਨਕ ਜਿਹ ਮਨ ਸੋਏ। ਪੌੜੀ। ਏਉ ਜੀ ਬਹੁਤ ਗਰਭ ਵਾਸੈ, ਮੋਹ ਮਗਨ ਮੀਠ ਜੋਨ ਫਾਸੈ। ਇਨ ਮਾਇਆ ਤ੍ਰੈ ਗੁਣ ਬਸ ਕੀਨੈ, ਆਪਨ ਮੋਹ ਘਟੇ ਘਟ ਦੀਨੈ। ਏ ਸਾਜਨ ਕਛ ਕਹੋ ਪਾਇਆ, ਜਾਤੇ ਤਰੋ ਬਿਖਮ ਇਹ ਮਾਇਆ। ਕਰ ਕਿਰਪਾ ਸਤ ਸੰਗ ਮਿਲਾਏ, ਨਾਨਕ ਤਾਕੈ ਨਿਕਟ ਨ ਮਾਏ। ਸ਼ਲੋਕ। ਆਵਤ ਹੁਕਮ ਬਿਨਾਸ਼ ਹੁਕਮ, ਆਗਿਆ ਭਿੰਨ ਨ ਕੋਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਦੇ ਬਚਨ ਹਨ, ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ। ਜਿਨ੍ਹਾਂ ਤੇ ਅਕਾਲ ਪੁਰਖ ਵਾਹਿਗੁਰੂ ਪ੍ਰਸੰਨ ਹੁੰਦਾ ਹੈ, ਉਹਨਾਂ ਨੂੰ ਸਤ ਸੰਗਤ ਵਿੱਚ ਭੇਜਦਾ ਹੈ। ਉਹ ਗੁਰਸਿੱਖ ਮਾਈ ਭਾਈ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਦੇ ਹਨ ਅਤੇ ਨਾਲ ਹੀ ਸਤਿਗੁਰੂ ਦੇ ਚਰਨਾਂ ਵਿੱਚ ਬੈਠ ਕੇ ਸੁਖਦਾਈ ਕੀਰਤਨ ਕਥਾ ਦਾ ਆਨੰਦ ਮਾਣਦੇ ਹਨ। ਆਪ ਸੰਗਤਾਂ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ 52 ਅੱਖਰੀ ਬਾਣੀ ਵਿੱਚ ਚੱਲ ਰਹੀ ਹੈ। ਇਹ ਪਵਿੱਤਰ ਬਾਣੀ, ਜਿਸ ਨੂੰ 52 ਅੱਖਰੀ ਦਾ ਨਾਮ ਦਿੱਤਾ ਗਿਆ ਹੈ, ਇਹ ਪਵਿੱਤਰ ਬਾਣੀ ਸੰਸਕ੍ਰਿਤ ਦੀ ਵਰਣਮਾਲਾ, ਜਿਸ ਦੇ 52 ਅੱਖਰ ਮੰਨੇ ਗਏ ਹਨ, ਉਹਨਾਂ ਦੁਆਰਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਗਏ ਹਨ। ਇਸ ਪਵਿੱਤਰ ਬਾਣੀ ਦੀ ਉਥਾਨਕਾ ਮਹਾਂਪੁਰਖ ਇਹੀ ਦੱਸਦੇ ਹਨ। ਕੋਈ ਸੰਸਕ੍ਰਿਤ ਦਾ ਵਿਦਵਾਨ ਪੰਡਤ ਪਾਧਾ, ਜੋ ਬੱਚਿਆਂ ਨੂੰ ਸੰਸਕ੍ਰਿਤ ਪੜ੍ਹਾਉਂਦਾ ਸੀ, ਉਸਨੇ ਸਤਿਗੁਰੂ ਦੇ ਪਾਵਨ ਚਰਨਾਂ ਦੇ ਵਿੱਚ ਆ ਕੇ ਬੇਨਤੀ ਕੀਤੀ ਕਿ ਐ ਗਰੀਬ ਨਿਵਾਜ ਸਤਿਗੁਰੂ ਜੀ, ਕਿਰਪਾ ਕਰੋ, ਮੈਨੂੰ ਸੰਸਕ੍ਰਿਤ ਦੀ ਵਰਣਮਾਲਾ ਦੁਆਰਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰੋ। ਕਿਉਂਕਿ ਸਤਿਗੁਰੂ ਦਾ ਬਿਰਧ ਹੈ, ਜੋ ਵੀ ਇੱਛਾ ਨੂੰ ਲੈ ਕੇ ਕੋਈ ਸਤਿਗੁਰੂ ਦੇ ਪਾਸ ਆਇਆ, ਉਸੇ ਹੀ ਤਰੀਕੇ ਨਾਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਨੂੰ ਉਪਦੇਸ਼ ਦਿੱਤਾ। ਇਹ ਜੋ ਪਵਿੱਤਰ ਬਾਣੀ 52 ਅੱਖਰੀ ਹੈ, ਇਹਦੇ 52 ਅੱਖਰ ਸੰਸਕ੍ਰਿਤ ਵਰਣਮਾਲਾ ਦੇ ਮੰਨੇ ਗਏ ਨੇ। ਉਹਨਾਂ ਦੁਆਰਾ ਉਪਦੇਸ਼ ਬਖਸ਼ਿਸ਼ ਕੀਤਾ ਗਿਆ ਹੈ। ਪਦ ਜਦੋਂ ਵੀ ਸੰਸਕ੍ਰਿਤ ਵਰਣਮਾਲਾ ਦੀ ਪੱਟੀ ਲਿਖਦੇ ਹਨ, ਸਭ ਤੋਂ ਪਹਿਲਾਂ ਉਹਦੇ ਉੱਤੇ ਓੰ ਲਿਖਦੇ ਹਨ ਅਤੇ ਉਸ ਤੋਂ ਬਾਅਦ ਜਿਹੜੇ ਸ਼ਬਦ ਉਹ ਲਿਖਦੇ ਹਨ, ਸਿੱਧੰ ਆਇਆ ਹੈ, ਔਰ ਇਹ ਇੱਕ ਆਸ਼ੀਰਵਾਦ ਹੁੰਦੀ ਹੈ। ਪਹਿਲਾਂ ਓੰ ਫਿਰ ਸਿੱਧੰ ਆਇਆ ਹੈ, ਇਹ ਸ਼ਬਦ ਲਿਖਦੇ ਹਨ। ਉਸ ਤੋਂ ਬਾਅਦ ਫਿਰ ਜਿਵੇਂ ਸੰਸਕ੍ਰਿਤ ਦੇ 16 ਸਵਰ ਨੇ, ਉਹਨਾਂ ਦੁਆਰਾ ਬੱਚਿਆਂ ਨੂੰ ਉਪਦੇਸ਼ ਦਿੰਦੇ ਹਨ।
ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੰਸਕ੍ਰਿਤ ਦੇ ਵਿਦਵਾਨ ਪੰਡਤ ਨੂੰ ਉਹਨਾਂ ਸਵਰ ਅੱਖਰਾਂ ਦੁਆਰਾ ਜੋ ਉਪਦੇਸ਼ ਬਖਸ਼ੇ ਹਨ, ਉਹਨਾਂ ਦੀ ਵਿਚਾਰ ਚੱਲ ਰਹੀ ਹੈ। ਓੰ ਸਿੱਧੰ ਆਏ, ਇਹਨਾਂ ਸ਼ਬਦਾਂ ਦੀ, ਇਹਨਾਂ ਅੱਖਰਾਂ ਦੀ ਵਿਚਾਰ ਹੋ ਚੁੱਕੀ ਹੈ। ਹੁਣ ਉਹ ਸੰਸਕ੍ਰਿਤ ਵਰਣਮਾਲਾ ਦੇ ਅੰਦਰ ਇੱਕ ਛੋਟੀ ਈ, ਦੂਸਰੀ ਬੜੀ ਈ, ਇਹ ਦੋ ਅੱਖਰ ਆਉਂਦੇ ਨੇ, ਜਿਨ੍ਹਾਂ ਨੂੰ ਪੰਜਾਬੀ ਦੀ ਮੁਹਾਰਨੀ ਦੇ ਵਿੱਚ ਇੱਕ ਈੜੀ ਨੂੰ ਸਿਹਾਰੀ ਦੇ ਨਾਲ ਉਚਾਰਨ ਹੁੰਦਾ ਹੈ। ਈੜੀ ਨੂੰ ਸਿਹਾਰੀ ਏ ਤੇ ਈੜੀ ਨੂੰ ਬਿਹਾਰੀ ਈ ਕਹਿ ਕੇ ਉਚਾਰਨ ਕੀਤੀ ਜਾਂਦੀ ਹੈ। ਇਸ ਨੂੰ ਹਿੰਦੀ ਵਿੱਚ ਛੋਟੀ ਏ ਤੇ ਬੜੀ ਏ ਕਹਿ ਕੇ ਪੁਕਾਰਿਆ ਜਾਂਦਾ ਹੈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੋ ਸੰਸਕ੍ਰਿਤ ਦੇ ਸਵਰ ਨੇ, ਉਹਨਾਂ ਵਿੱਚ ਛੋਟੀ ਈ ਤੇ ਬੜੀ ਈ, ਇਹਨਾਂ ਦੁਆਰਾ ਅੱਗੇ 2 ਸ਼ਲੋਕਾਂ ਦੇ ਵਿੱਚ ਤੇ 2 ਪੌੜੀਆਂ ਵਿੱਚ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਪਹਿਲਾਂ ਛੋਟੀ ਈ ਦੁਆਰਾ ਗੁਰੂ ਮਹਾਰਾਜ ਨੇ ਉਪਦੇਸ਼ ਇਸ ਸ਼ਲੋਕ ਦੇ ਵਿੱਚ ਉਚਾਰਨ ਕੀਤਾ ਹੈ। ਲਓ ਆਪ ਸੰਗਤਾਂ ਪਵਿੱਤਰ ਬਾਣੀ ਦੀ ਸ਼ਲੋਕ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਆਵਤ ਹੁਕਮ ਵਿਨਾਸ਼ ਹੁਕਮ, ਆਗਿਆ ਭਿੰਨ ਨ ਕੋਇ। ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਗੁਰਮੁਖੋ, ਜੋ ਵੀ ਜੀਵ ਸੰਸਾਰ ਦੇ ਵਿੱਚ ਆਉਂਦੇ ਹਨ ਉਹ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਆਉਂਦੇ ਹਨ, ਤੇ ਵਿਨਾਸ਼ ਹੁਕਮ ਤੇ ਜਿਹੜੇ ਨਾਸ਼ ਹੁੰਦੇ ਨੇ, ਮਰਦੇ ਨੇ, ਉਹ ਵੀ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਮਰਦੇ ਹਨ। ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਬਚਨ ਹੈ, ਜੰਮਣ ਮਰਨਾ ਹੁਕਮ ਹੈ, ਭਾਣੈ ਆਵੈ ਜਾਏ। ਜੰਮਣਾ ਤੇ ਮਰਨਾ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੈ। ਨਾ ਕੋਈ ਆਪਣੀ ਮਰਜ਼ੀ ਨਾਲ ਜਨਮ ਹੀ ਲੈ ਸਕਦਾ ਹੈ, ਨਾ ਹੀ ਕੋਈ ਮਰ ਸਕਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਬਾਣੀ ਵਿੱਚ ਵੀ ਲਿਖਿਆ ਹੈ, ਜੋਰ ਨਾ ਜੀਵਨ ਮਰਨ ਨਹਿ ਜੋਰ। ਨਾ ਕਿਸੇ ਦਾ ਜਿਉਣ ਦੇ ਵਿੱਚ ਜ਼ੋਰ ਚੱਲਦਾ, ਨਾ ਮਰਨ ਦੇ ਵਿੱਚ ਹੀ ਕਿਸੇ ਦਾ ਜ਼ੋਰ ਚੱਲਦਾ ਹੈ। ਇਹ ਸਾਰਾ ਕੁਝ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੋ ਰਿਹਾ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਇ। ਨਾਨਕ ਹੁਕਮੈ ਜੇ ਬੁਝੈ, ਤਾਂ ਹਉਮੈ ਕਹਿ ਨਾ ਕੋਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਆਵਤ ਕਿਨੈ ਨਾ ਰਾਖਿਆ, ਜਾਵਤ ਕਿਉਂ ਰਾਖਿਆ ਜਾਏ। ਜਦੋਂ ਜੀਵ ਜਨਮ ਲੈਂਦਾ ਹੈ, ਇਹਦੇ ਆਉਣ ਦਾ ਸਮਾਂ ਪੂਰਾ ਹੁੰਦਾ ਹੈ, ਉਸ ਵੇਲੇ ਆਉਂਦੇ ਨੂੰ ਵੀ ਕੋਈ ਨਹੀਂ ਰੋਕ ਸਕਦਾ। ਜੇ ਕੋਈ ਆਉਂਦੇ ਨੂੰ ਨਹੀਂ ਰੋਕ ਸਕਦਾ ਤੇ ਜਾਣ ਤੋਂ ਕਿਵੇਂ ਇਸ ਨੂੰ ਰੋਕਿਆ ਜਾ ਸਕਦਾ। ਇਹ ਸਭ ਕੁਝ ਵਾਹਿਗੁਰੂ ਦੇ ਹੁਕਮ ਦੀ ਖੇਡ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਗੁਰਮੁਖੋ, ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਸਾਰੇ ਜੀਵ ਆਉਂਦੇ ਨੇ ਤੇ ਹੁਕਮ ਦੇ ਵਿੱਚ ਹੀ ਨਾਸ ਹੁੰਦੇ ਹਨ। ਆਗਿਆ ਭਿੰਨ ਨਾ ਕੋਈ, ਵਾਹਿਗੁਰੂ ਦੀ ਆਗਿਆ ਤੋਂ ਭਿੰਨ, ਆਗਿਆ ਤੋਂ ਬਾਹਰ, ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੋ ਸਕਦਾ। ਆਪ ਨ ਜਾਣਾ ਤਿਹ ਮਿਟਾਏ, ਨਾਨਕ ਜਿਹ ਮਨ ਸੋਏ। ਸੱਚੇ ਪਾਤਸ਼ਾਹ ਜੀਵ ਦਾ ਆਵਾਗਮਨ ਵੀ ਮਿਟ ਸਕਦਾ ਹੈ। ਹਜ਼ੂਰ ਕਹਿੰਦੇ, ਭਾਈ ਹਾਂ, ਆਵਨ ਜਾਣਾ, ਆਉਣਾ ਤੇ ਜਾਣਾ ਉਸੇ ਜੀਵ ਦਾ ਮਿਟ ਸਕਦਾ ਹੈ। ਨਾਨਕ ਜਿਹੇ ਮਨ ਸੋਏ। ਹਜ਼ੂਰ ਕਹਿੰਦੇ, ਜਿਹਦੇ ਮਨ ਦੇ ਅੰਦਰ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਸ ਜਾਂਦਾ ਹੈ, ਜਿਹੜਾ ਉਸ ਮਾਲਕ ਦੇ ਹੁਕਮ ਨੂੰ ਬੁੱਝ ਲੈਂਦਾ ਹੈ, ਉਹਦਾ ਹੀ ਆਉਣਾ ਤੇ ਜਾਣਾ ਖਤਮ ਹੁੰਦਾ ਹੈ। ਪੌੜੀ ਏਉ ਜੀ ਬਹੁਤ ਗਰਭ ਬਾਸੇ। ਲਓ ਛੋਟੀ ਈ ਦੁਆਰਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਆਰੰਭ ਕਰਦੇ ਹਨ। ਪੌੜੀ ਦੇ ਅੰਦਰ ਸ਼ਲੋਕ ਤੇ ਪੌੜੀ ਦੋਨੋਂ ਹੀ ਛੰਦ ਨੇ ਕਾਵ ਰਚਨਾ ਦੇ ਅੰਦਰ। ਏਉ ਜੀ ਬਹੁਤ ਗਰਭ ਵਾਸੇ। ਹਜ਼ੂਰ ਕਹਿੰਦੇ, ਇਹ ਜਿਹੜੇ ਜੀਵ ਨੇ ਬਹੁਤੇ ਗਰਭ ਦੇ ਵਿੱਚ ਵਸਦੇ ਰਹੇ ਹਨ। ਕਿਉਂਕਿ ਜਦੋਂ ਆਪਾਂ ਸਤਿਗੁਰੂ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ ਤਾਂ ਸਤਿਗੁਰੂ ਦੇ ਬਚਨ ਆਉਂਦੇ ਨੇ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰਿੰਗ ਕਾਲੇ ਦੇ ਸੰਜਰੀਆ।
ਇਹ ਜਿਤਨੇ ਵੀ ਜੀਵ ਸੰਸਾਰ ਵਿੱਚ ਆਏ ਨੇ ਪਹਿਲਾਂ ਬਹੁਤੇ ਗਰਭ ਦੇ ਵਿੱਚ ਵਸਦੇ ਰਹੇ ਹਨ। ਮੋਹ ਮਗਨ ਮੀਠ ਜੋਨ ਫਾਸੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੋਹ ਮਗਨ ਮੀਠ, ਇਹ ਮਿੱਠੇ ਮੋਹ ਦੇ ਵਿੱਚ ਮਗਨ ਹੋ ਕੇ, ਕਿਉਂਕਿ ਮਾਇਆ ਦਾ ਮੋਹ, ਪਰਿਵਾਰ ਦਾ ਮੋਹ, ਦੁਨੀਆ ਦਾ ਮੋਹ ਬੜਾ ਮਿੱਠਾ ਲੱਗਦਾ ਹੈ। ਇਸ ਮਿੱਠੇ ਮੋਹ ਦੇ ਵਿੱਚ ਮਗਨ ਹੋ ਕੇ ਜੋਨ ਫਸੇ, ਇਹ ਜੀਵ ਅਨੇਕਾਂ ਜੁਨੀਆਂ ਦੇ ਵਿੱਚ ਫਸੇ ਹਨ। ਇਨ ਮਾਇਆ ਤ੍ਰੈ ਗੁਣ ਬਸ ਕੀਨੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜਿਹੜੀ ਮਾਇਆ ਹੈ ਪਰਮੇਸ਼ਰ ਦੀ ਸ਼ਕਤੀ ਹੈ। ਇਸ ਨੇ ਤਿਰਗੁਣੀ ਜੀਵ ਸਾਰੇ ਵਸ ਕੀਤੇ ਹੋਏ ਨੇ, ਕਿਉਂਕਿ ਸੰਸਾਰ ਦੇ ਵਿੱਚ 3 ਪ੍ਰਕਾਰ ਦੇ ਮਨੁੱਖ ਹਨ, ਉੱਤਮ, ਮੱਧਮ, ਕਨਿਸ਼ਟ, ਰਜੋ, ਸਤੋ, ਤਮੋ। 3 ਪ੍ਰਕਾਰ ਦੀ ਸ੍ਰਿਸ਼ਟੀ ਹੈ। ਹਜ਼ੂਰ ਕਹਿੰਦੇ ਇਸ ਮਾਇਆ ਨੇ 3 ਗੁਣਾਂ ਦੇ ਜੀਵ ਆਪਣੇ ਵਸ ਵਿੱਚ ਕੀਤੇ ਹੋਏ ਹਨ। ਆਪਨ ਮੋਹ ਘਟੇ ਘਟ ਦੀਨੈ। ਕਿਉਂਕਿ ਇਸ ਮਾਇਆ ਨੇ ਆਪਣਾ ਮੋਹ ਘਟਾਂ ਘਟਾਂ ਦੇ ਵਿੱਚ ਪੈਦਾ ਕਰ ਦਿੱਤਾ ਹੈ। ਕੋਈ ਜੀਵ ਐਸਾ ਨਹੀਂ ਜਿਹਦੇ ਮਨ ਦੇ ਵਿੱਚ ਮਾਇਆ ਦਾ ਮੋਹ ਨਾ ਹੋਵੇ, ਤੇ ਜਦੋਂ ਮਾਇਆ ਦਾ ਮੋਹ ਪੈਦਾ ਹੋ ਜਾਂਦਾ ਹੈ ਉਸੇ ਵੇਲੇ ਪਰਮੇਸ਼ਰ ਭੁੱਲ ਜਾਂਦਾ ਹੈ, ਤੇ ਪਰਮੇਸ਼ਰ ਨੂੰ ਭੁੱਲ ਜਾਣ ਕਰਕੇ ਜੀਵ ਨੂੰ ਤੇ ਫਿਰ ਅਨੇਕਾਂ ਜੂਨਾਂ ਦੇ ਵਿੱਚ ਭਟਕਣਾ ਪੈਂਦਾ ਹੈ। ਏ ਸਾਜਨ ਕਛ ਕਹੋ ਉਪਾਇਆ। ਲਉਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਸੰਤ ਮਹਾਂਪੁਰਖ ਗੁਰਮੁਖ ਵਿਅਕਤੀ ਹਨ, ਉਹਨਾਂ ਦੇ ਪਾਸ ਬੇਨਤੀ ਕਰਦੇ ਹਨ, ਇਹ ਸਾਜਨ, ਇਹ ਸਾਜੇ ਸੱਜਣੋ, ਇਹ ਸਾਡੇ ਮਿੱਤਰੋ, ਮਹਾਂਪੁਰਖੋ, ਸਾਨੂੰ ਇਹਦੇ ਬਾਰੇ ਕੋਈ ਯਤਨ ਦੱਸੋ, ਕੋਈ ਐਸਾ ਕੋਈ ਉਪਰਾਲਾ ਦੱਸੋ ਜਿਹਦੇ ਨਾਲ ਸਾਡਾ ਬਚਾਅ ਹੋ ਸਕੇ। ਜਾਤੇ ਤਰੋ ਬਿਖਮ ਇਹ ਮਾਇਆ। ਵੀ ਐ ਸੱਜਣੋ, ਐ ਮਹਾਂਪੁਰਖੋ, ਸਾਨੂੰ ਕੋਈ ਐਸਾ ਉਪਾਅ ਦੱਸੋ, ਜਾਂ ਤੇ ਤਰੋ ਬਿਖਮ ਇਹ ਮਾਇਆ, ਜਿਸ ਕਰਕੇ ਇਹ ਜਿਹੜੀ ਮਾਇਆ ਰੂਪੀ ਨਦੀ ਹੈ, ਜਿਸ ਨੂੰ ਤਰਨਾ ਬਹੁਤ ਹੀ ਬਿਖਮ ਕਠਿਨ ਹੈ, ਅਸੀਂ ਇਸ ਮਾਇਆ ਰੂਪੀ ਨਦੀ ਤੋਂ ਪਾਰ ਹੋ ਜਾਈਏ। ਕੋਈ ਐਸਾ ਉਪਾਅ ਦੱਸੋ, ਕੋਈ ਇਹੋ ਜਿਹਾ ਢੰਗ ਤਰੀਕਾ ਦੱਸੋ। ਕਰ ਕਿਰਪਾ ਸਤ ਸੰਗ ਮਿਲਾਏ। ਲੋ ਅੱਗੋਂ ਗੁਰਮੁਖ ਜਨ ਇਹ ਜਵਾਬ ਦਿੰਦੇ ਹਨ ਬਈ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਕੇ ਸਤ ਸੰਗ ਮਿਲਾਏ। ਸਤ ਸੰਗ ਹੈ ਗੁਰੂ ਦੀ ਸੰਗਤ, ਜੈ ਸਤਿਗੁਰ ਤਹਿ ਸਤ ਸੰਗਤ ਬਣਾਈ। ਜਿਹੜੇ ਵਾਹਿਗੁਰੂ ਦੇ ਪਿਆਰੇ ਮਹਾਂਪੁਰਖ ਨੇ ਉਹ ਇਹ ਗੱਲ ਜਗਿਆਸੂ ਨੂੰ ਦੱਸਦੇ ਹਨ ਕਿ ਜੇ ਤੂੰ ਮਾਇਆ ਤੋਂ ਬਚਣਾ ਚਾਹੁੰਦਾ ਹੈ ਤੇ ਸਤਿਗੁਰੂ ਦੀ ਸੰਗਤ ਵਿੱਚ ਚਲਿਆ ਜਾ, ਜਿਸ ਉੱਤੇ ਵਾਹਿਗੁਰੂ ਕਿਰਪਾ ਕਰ ਦਿੰਦਾ ਹੈ, ਕਿਰਪਾ ਕਰਕੇ ਸਤ ਸੰਗਤ ਦੇ ਨਾਲ ਮਿਲਾ ਦਿੰਦਾ ਹੈ। ਨਾਨਕ ਤਾਕੈ ਨਿਕਟ ਨਾ ਮਾਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਫਿਰ ਉਹਨਾਂ ਦੇ ਨੇੜੇ ਮਾਇਆ ਨਹੀਂ ਆ ਸਕਦੀ, ਕਿਉਂਕਿ ਸਤਿਗੁਰੂ ਨੇ ਮਾਇਆ ਨੂੰ ਸਪਨੇ ਨਾਲ ਤਸ਼ਬੀਹ ਦਿੱਤੀ ਹੈ। ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰ ਖਾਏ। ਤੇ ਜਿਵੇਂ ਜਿਹੜੀ ਸਪਣੀ ਹੈ ਬਾਕੀ ਤੇ ਸਭ ਦੇ ਡੰਗ ਮਾਰਦੀ ਹੈ, ਪਰ ਜੇ ਕੋਈ ਗਾਰੜੂ ਹੋਵੇ ਜਿਸਨੇ ਗਰੜ ਦਾ ਮੰਤਰ ਸਿੱਧ ਕੀਤਾ ਹੋਵੇ, ਉਹਦੇ ਕੋਲੋਂ ਇਹ ਮਾਇਆ ਡਰਦੀ ਹੈ। ਭਾਵ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਹਾਨ ਗਾਰੜੂ ਨੇ, ਜਿਨ੍ਹਾਂ ਨੇ ਗੁਰ ਮੰਤਰ ਸਿੱਧ ਕੀਤਾ ਹੋਇਆ ਹੈ। ਤੇ ਜਿਹੜੇ ਜਗਿਆਸੂ ਸਤਿਗੁਰੂ ਦੀ ਸ਼ਰਨ ਵਿੱਚ ਜਾ ਕੇ ਜੋ ਗੁਰ ਮੰਤਰ ਗਾਰੜੂ ਮੰਤਰ ਵਾਂਗ ਹੈ ਉਸ ਨੂੰ ਧਾਰਨ ਕਰ ਲੈਂਦੇ ਹਨ ਤੇ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਸਿਮਰਨ ਕਰਦੇ ਹਨ, ਫਿਰ ਉਹਨਾਂ ਦੇ ਨੇੜੇ ਮਾਇਆ ਰੂਪੀ ਸਪਣੀ ਵੀ ਨਹੀਂ ਆ ਸਕਦੀ। ਸਤਿਗੁਰੂ ਦੇ ਕੋਲ ਤਾਂ ਇਸਨੇ ਜਾਣਾ ਹੀ ਕੀ ਹੈ, ਪਰ ਜਿਹੜੇ ਫਿਰ ਸਤਿਗੁਰੂ ਦੇ ਕੋਲੋਂ ਗੁਰ ਮੰਤਰ ਵਾਹਿਗੁਰੂ ਮੰਤਰ ਪ੍ਰਾਪਤ ਕਰਕੇ ਉਸ ਦਾ ਜਾਪ ਅਭਿਆਸ ਸਿਮਰਨ ਕਰਦੇ ਹਨ, ਨਾਨਕ ਤਾਕੈ ਨਿਕਟ ਨਾ ਮਾਏ, ਤੇ ਫਿਰ ਮਾਇਆ ਰੂਪੀ ਸਪਣੀ ਉਹਨਾਂ ਦੇ ਨੇੜੇ ਵੀ ਨਹੀਂ ਜਾ ਸਕਦੀ। ਸ਼ਲੋਕ ਕਿਰਤ ਕਮਾਵਨ ਸ਼ੁਭ ਅਸ਼ੁਭ ਕੀਨੇ ਤਿਨ ਪ੍ਰਭ ਆਪ। ਲਉਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ 8ਵੇਂ ਸ਼ਲੋਕ ਦੇ ਵਿੱਚ ਸਾਨੂੰ ਉਪਦੇਸ਼ ਦਿੰਦੇ ਹਨ। ਉਸ ਪੰਡਤ ਨੇ ਸਤਿਗੁਰੂ ਦੇ ਚਰਨਾਂ ਵਿੱਚ ਸਵਾਲ ਕੀਤਾ, ਸੱਚੇ ਪਾਤਸ਼ਾਹ ਮੈਨੂੰ ਇਹ ਦੱਸੋ ਵੀ ਇਹ ਜਿਹੜਾ ਸੰਸਾਰ ਹੈ ਇਹ ਕਿਵੇਂ ਪੈਦਾ ਹੋਇਆ ਹੈ? ਕਿਉਂਕਿ ਆਮ ਤੌਰ 'ਤੇ ਇਹੀ ਗੱਲ ਆਖੀ ਜਾਂਦੀ ਹੈ ਵੀ ਇਹ ਪੁੰਨਾਂ ਪਾਪਾਂ ਕਰਕੇ ਹੀ ਸੰਸਾਰ ਪੈਦਾ ਹੋਇਆ, ਤੇ ਪਰ ਫਿਰ ਪੰਡਤ ਨੇ ਅੱਗੋਂ ਇਹ ਸਵਾਲ ਕੀਤਾ ਕਿ ਪੁੰਨ ਪਾਪ ਕਿਸ ਨੇ ਪੈਦਾ ਕੀਤੇ ਨੇ, ਇਹ ਧਰਮ ਤੇ ਅਧਰਮ ਕਿਸ ਨੇ ਪੈਦਾ ਕੀਤਾ ਹੈ?
ਲਓ ਹੁਣ ਇਹਦਾ ਜਵਾਬ ਸਤਿਗੁਰੂ ਇਹ ਬਖਸ਼ਿਸ਼ ਕਰਦੇ ਹਨ। ਕਿਰਤ ਕਮਾਵਨ ਸੁਭ ਅਸੁਭ ਕੀਨੇ ਤਿਨ ਪ੍ਰਭ ਆਪ। ਹਜ਼ੂਰ ਕਹਿੰਦੇ ਨੇ ਭਾਈ ਜਿੰਨੇ ਵੀ ਸ਼ੁਭ ਤੇ ਅਸ਼ੁਭ ਭਾਵ ਚੰਗੇ ਮਾੜੇ ਕਰਮ ਨੇ, ਚਾਹੇ ਉਹ ਧਰਮ ਦੇ ਕਰਮ ਨੇ ਚਾਹੇ ਪਾਪ ਦੇ ਕਰਮ ਨੇ, ਜਿਨ੍ਹਾਂ ਨੂੰ ਆਪਾਂ ਨੇਕੀ ਤੇ ਬਦੀ ਪੁੰਨ ਤੇ ਪਾਪ ਕਹਿ ਦਿੰਦੇ ਹਾਂ, ਕਿਰਤ ਕਮਾਵਣ ਇਹ ਜੀਵਾਂ ਦੇ ਲਈ, ਇਹ ਕਿਰਤ ਦਾ ਅਰਥ ਹੈ ਵੀ ਇਹ ਕੰਮ ਕਰਨ ਦੇ ਲਈ। ਕੀਨੇ ਤਿੰਨ ਪ੍ਰਭ ਆਪ ਉਹ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਨੇ ਆਪ ਪੈਦਾ ਕੀਤੇ ਨੇ। ਇਹਦਾ ਮਤਲਬ ਇਹ ਹੈ ਵੀ ਜਿੱਥੇ ਵਾਹਿਗੁਰੂ ਪਰਮੇਸ਼ਰ ਨੇ ਸੰਸਾਰ ਦੀ ਪੈਦਾਇਸ਼ ਕੀਤੀ ਔਰ ਉੱਥੇ ਪੁੰਨ ਪਾਪ ਰੂਪੀ ਕਰਮ ਵੀ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਪੈਦਾ ਕੀਤੇ ਹਨ। ਬਸੋ ਆਪਨ ਹਉ ਹਉ ਕਰੈ ਨਾਨਕ ਬਿਨ ਹਰਿ ਕਹਾ ਕਮਾਤ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਜੀਵ ਹੈ ਪਸ਼ੂ ਵਾਂਗੂ ਅਚੇਤ ਹੈ ਔਰ ਇਹ ਸਮਝਦਾ ਹੈ ਵੀ ਇਹ ਕੰਮ ਮੈਂ ਕਰ ਰਿਹਾ ਹਾਂ, ਪੁੰਨ ਪਾਪ ਮੇਰੇ ਕਰਨ ਦੇ ਯੋਗ ਨੇ। ਇਹ ਪਸ਼ੂ ਮਨੁੱਖ ਬਸ ਮੈਂ ਕਰਦਾ ਰਹਿੰਦਾ ਹੈ ਵੀ ਇਹ ਕੰਮ ਮੈਂ ਕਰ ਰਿਹਾ ਹਾਂ। ਹਜ਼ੂਰ ਕਹਿੰਦੇ ਜਰਾ ਸੋਚਣ ਦੀ ਲੋੜ ਹੈ। ਨਾਨਕ ਬਿਨ ਹਰਿ ਕਹਾਂ ਕਮਾਤ ਵੀ ਬਿਨਾਂ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਤੋਂ ਕੋਈ ਕੰਮ ਕਿਵੇਂ ਕਰ ਸਕਦਾ? ਨਹੀਂ ਕਰ ਸਕਦਾ, ਕਿਉਂਕਿ ਵਾਹਿਗੁਰੂ ਪਰਮੇਸ਼ਰ ਨੇ ਹਰ ਜੀਵ ਨੂੰ ਕੰਮ ਕਰਨ ਦੀ ਸ਼ਕਤੀ ਦਿੱਤੀ ਹੈ। ਜੇ ਉਹ ਕੰਮ ਕਰਨ ਦੀ ਸ਼ਕਤੀ ਵਾਹਿਗੁਰੂ ਖਿੱਚ ਲਵੇ ਤੇ ਜੀਵ ਕੀ ਕਰ ਸਕਦਾ? ਕੁਝ ਵੀ ਨਹੀਂ। ਇਸ ਲਈ ਪੁੰਨ ਪਾਪ ਸ਼ੁਭ ਤੇ ਅਸ਼ੁਭ ਰੂਪ ਕਰਮ ਵੀ ਵਾਹਿਗੁਰੂ ਪਰਮੇਸ਼ਰ ਨੇ ਆਪ ਕੀਤੇ ਨੇ ਤੇ ਸਾਰੇ ਜੀਵ ਇਹ ਸਮਝਦੇ ਨੇ ਵੀ ਇਹ ਪੁੰਨ ਪਾਪ ਅਸੀਂ ਕਰ ਰਹੇ ਹਾਂ। ਇਸੇ ਅਗਿਆਨ ਕਰਕੇ ਤੇ ਇਹ ਜਿਹੜੇ ਜੀਵ ਨੇ ਕਰਮਾਂ ਦੇ ਬੰਧਨ ਦੇ ਵਿੱਚ ਫਸ ਜਾਂਦੇ ਹਨ। ਪਰ ਹਜ਼ੂਰ ਕਹਿੰਦੇ ਜਰਾ ਇਹ ਸੋਚੋ, ਬਿਨਾਂ ਵਾਹਿਗੁਰੂ ਦੀ ਕਿਰਪਾ ਤੋਂ, ਬਿਨਾਂ ਉਹਦੀ ਚੇਤਨ ਸੱਤਾ ਤੋਂ, ਬਿਨਾਂ ਉਸ ਦੀ ਪ੍ਰੇਰਣਾ ਤੋਂ ਕੋਈ ਕੰਮ ਕਿਵੇਂ ਕਰ ਸਕਦਾ ਹੈ? ਚਾਹੇ ਕੋਈ ਚੰਗਾ ਵੀ ਹੋਵੇ ਮਾੜਾ ਵੀ ਕੰਮ, ਉਹ ਵਾਹਿਗੁਰੂ ਦੀ ਚੇਤਨ ਸੱਤਾ ਤੋਂ ਬਿਨਾਂ ਕੋਈ ਕੁਝ ਨਹੀਂ ਕਰ ਸਕਦਾ। ਹੁਣ ਫਰਜ਼ ਕਰੋ ਕਿਸੇ ਆਦਮੀ ਨੂੰ ਅਧਰੰਗ ਹੋ ਜਾਂਦਾ, ਬਿਮਾਰ ਹੋ ਕੇ ਮੰਜੇ ਤੇ ਪੈ ਜਾਂਦਾ, ਉਹਨੂੰ ਕਹੋ ਕੋਈ ਕੰਮ ਕਰੇ, ਚੰਗਾ ਜਾਂ ਮਾੜਾ ਕੁਛ ਵੀ ਕਰੋ, ਪਰ ਨਹੀਂ ਕੁਛ ਕਰ ਸਕਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਸ਼ਕਤੀ ਤਾਂ ਵਾਹਿਗੁਰੂ ਹੀ ਦਿੰਦਾ ਹੈ, ਬਾਕੀ ਜਿਹੜੀ ਇਹ ਚੋਣ ਹੈ ਮਨੁੱਖ ਦੀ ਆਪਣੀ ਹੁੰਦੀ ਹੈ, ਚੰਗਾ ਕਰਨਾ ਜਾਂ ਮਾੜਾ ਕਰਨਾ, ਕਰਨ ਦੀ ਸ਼ਕਤੀ ਸਾਰਿਆਂ ਨੂੰ ਵਾਹਿਗੁਰੂ ਪਰਮੇਸ਼ਰ ਹੀ ਦਿੰਦਾ ਹੈ। ਪੌੜੀ ਇੱਕ ਹੈ ਆਪ ਕਰਾਵਨ ਹਾਰਾ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੀ ਇੱਕ ਛੋਟੀ ਈ ਹੁੰਦੀ ਹੈ ਤੇ ਦੂਸਰੀ ਬੜੀ ਈ ਹੁੰਦੀ ਹੈ, ਬਿਹਾਰੀ ਵਾਲੀ ਈੜੀ, ਉਸ ਦੁਆਰਾ ਹੁਣ ਉਪਦੇਸ਼ ਦਿੰਦੇ ਹਨ। ਇੱਕ ਹੈ ਆਪ ਕਰਾਵਨ ਹਾਰਾ। ਹਜ਼ੂਰ ਕਹਿੰਦੇ ਨੇ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਆਪ ਕਰਾਵਨ ਹਾਰਾ, ਆਪ ਹੀ ਉਹ ਸਭ ਕੁਝ ਕਰਾਉਣ ਵਾਲਾ ਹੈ। ਇਹਦਾ ਮਤਲਬ ਇਹ ਹੈ ਉਹ ਵਾਹਿਗੁਰੂ ਕਾਰਨ ਸਮਰੱਥ ਹੈ, ਉਹ ਸਭ ਕੁਝ ਆਪ ਵੀ ਕਰ ਸਕਦਾ ਹੈ ਤੇ ਦੂਸਰਿਆਂ ਤੋਂ ਵੀ ਕਰਾਉਣ ਵਾਲਾ ਹੈ। ਆਪ ਹੈ ਪਾਪ ਪੁੰਨ ਵਿਸਥਾਰਾ। ਹੁਣ ਉਸੇ ਸ਼ਲੋਕ ਦੀ ਵਿਆਖਿਆ ਕਰਦੇ ਹਨ, ਕਿਰਤ ਕਮਾਵਨ ਸੁਭ ਅਸੁਭ ਆਪ ਹੈ ਪਾਪ ਪੁੰਨ ਵਿਸਥਾਰਾ। ਹਜ਼ੂਰ ਕਹਿੰਦੇ ਨੇ ਉਸ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਪਾਪਾਂ ਤੇ ਪੁੰਨਾਂ ਦਾ ਵਿਸਤਾਰ ਕੀਤਾ ਹੈ। ਇਹਦਾ ਮਤਲਬ ਇਹ ਹੈ ਜਿੱਥੇ ਵਾਹਿਗੁਰੂ ਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ ਹੈ, ਇਹ ਜਿਹੜੀ ਨੇਕੀ ਤੇ ਬਦੀ ਹੈ, ਪੁੰਨ ਤੇ ਪਾਪ ਨੇ, ਇਹਨਾਂ ਦਾ ਫੈਲਾਓ ਵੀ ਵਾਹਿਗੁਰੂ ਨੇ ਆਪ ਹੀ ਕੀਤਾ ਹੈ। ਆ ਜੁਗ ਜਿਤ ਜਿਤ ਆਪਹਿ ਲਾਇਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਸ ਯੁਗ ਦਾ ਅਰਥ ਹੈ ਜੀਵ ਅਥਵਾ ਯੁਗ ਦਾ ਅਰਥ ਹੈ ਸੰਸਾਰ। ਇਸ ਯੋਗ ਜੀਵ ਨੂੰ ਅਥਵਾ ਸੰਸਾਰ ਨੂੰ ਜਿਸ ਪਾਸੇ ਉਸ ਵਾਹਿਗੁਰੂ ਪਰਮੇਸ਼ਰ ਨੇ ਆਪ ਲਾਇਆ ਹੈ, ਉਸੇ ਪਾਸੇ ਸਾਰੇ ਲੱਗੇ ਹੋਏ ਹਨ। ਸੋ ਪਾਇਓ ਜੋ ਆਪ ਦਿਵਾਇਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਉਹੀ ਦਾਤ ਇਸ ਜੀਵ ਨੇ ਪ੍ਰਾਪਤ ਕੀਤੀ ਹੈ ਜੋ ਆਪ ਦਿਵਾਇਓ, ਜੋ ਵਾਹਿਗੁਰੂ ਨੇ ਆਪ ਦਿਵਾਈ ਹੈ। ਇਹਦਾ ਮਤਲਬ ਇਹ ਹੈ ਵੀ ਚੰਗੇ ਮਾੜੇ ਕਰਮ ਵੀ ਵਾਹਿਗੁਰੂ ਪਰਮੇਸ਼ਰ ਨੇ ਪੈਦਾ ਕੀਤੇ ਨੇ ਤੇ ਕਿਸੇ ਵੀ ਇੱਛਾ ਨੂੰ ਲੈ ਕੇ ਆਦਮੀ ਜਿਹੋ ਜਿਹੇ ਕੰਮ ਕਰਦਾ ਹੈ ਤੇ ਉਹੋ ਜਿਹਾ ਫਲ, ਦੁੱਖ ਸੁੱਖ, ਮਾਨ ਜਾਂ ਅਪਮਾਨ ਉਹ ਵੀ ਵਾਹਿਗੁਰੂ ਪਰਮੇਸ਼ਰ ਆਪ ਹੀ ਦਿਵਾਉਂਦਾ ਹੈ। ਵਾ ਕਾ ਅੰਤ ਨਾ ਜਾਣੈ ਕੋ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਬੇਅੰਤ ਹੈ,
ਉਹਦਾ ਅੰਤ ਕੋਈ ਵੀ ਨਹੀਂ ਜਾਣ ਸਕਦਾ। ਜੋ ਜੋ ਕਰੈ ਸੋ ਫੁਨ ਹੋ। ਉਹ ਵਾਹਿਗੁਰੂ ਸਰਬ ਕਲਾ ਸਮਰੱਥ ਹੈ। ਜੋ ਜੋ ਕਰਦਾ ਹੈ ਉਹੀ ਪਾਈ ਹੁੰਦਾ ਹੈ ਤੇ ਉਹੀ ਪਿੱਛੇ ਹੋਇਆ ਤੇ ਹੋਊ ਅੱਗੇ ਨੂੰ ਵੀ ਉਹੀ ਹੋਵੇਗਾ। ਇਕ ਹੈ ਤੇ ਸਗਲਾ ਵਿਸਥਾਰਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਫੁਨ ਦਾ ਅਰਥ ਹੈ ਫਿਰ ਵੀ ਜੋ ਜੋ ਵਾਹਿਗੁਰੂ ਕਰਦਾ ਉਹੀ ਫਿਰ ਹੁੰਦਾ ਹੈ। ਪਹਿਲਾਂ ਵੀ ਹੋਇਆ, ਹੁਣ ਵੀ ਹੋ ਰਿਹਾ, ਅੱਗੇ ਲਈ ਵੀ ਹੋਵੇਗਾ। ਇੱਕ ਹੈ ਤੇ ਸਗਲਾ ਵਿਸਥਾਰਾ। ਹਜ਼ੂਰ ਕਹਿੰਦੇ ਉਹ ਵਾਹਿਗੁਰੂ ਇੱਕ ਹੈ। ਉਸ ਇੱਕ ਤੋਂ ਹੀ ਓੰਕਾਰ ਰੂਪ ਹੋ ਕੇ ਤੇ ਵਾਹਿਗੁਰੂ ਪਰਮੇਸ਼ਰ ਨੇ ਸਾਰਾ ਪਸਾਰਾ ਕੀਤਾ ਹੈ। ਨਾਨਕ ਆਪ ਸਵਾਰਨ ਹਾਰਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਸਰਬ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਜਿੱਥੇ ਸਾਰੇ ਸੰਸਾਰ ਦਾ ਵਿਸਤਾਰ ਕਰਦਾ ਹੈ ਤੇ ਫਿਰ ਇਹਨੂੰ ਸਵਾਰਨ ਵਾਲਾ ਵੀ ਉਹੀ ਹੈ। ਜਿਵੇਂ ਕੋਈ ਚਿੱਤਰਕਾਰ ਚਿੱਤਰ ਬਣਾਉਂਦਾ ਹੈ, ਪਹਿਲਾਂ ਉਸ ਦਾ ਖਾਕਾ ਉਲੀਕਦਾ ਹੈ, ਫਿਰ ਉਹਦੇ ਵਿੱਚ ਰੰਗ ਭਰਦਾ ਹੈ ਤੇ ਉਹਨੂੰ ਸਜਾਉਂਦਾ ਹੈ, ਸਵਾਰਦਾ ਹੈ। ਇਸੇ ਤਰ੍ਹਾਂ ਵਾਹਿਗੁਰੂ ਨੇ ਜਿੱਥੇ ਸੰਸਾਰ ਦਾ ਫੈਲਾਓ ਕੀਤਾ ਹੈ ਤੇ ਫਿਰ ਇਹਦੇ ਵਿੱਚ ਰੰਗ ਵੀ ਉਸੇ ਨੇ ਭਰੇ ਨੇ, ਇਸ ਨੂੰ ਸੁੰਦਰ ਵੀ ਉਸ ਨੇ ਬਣਾਇਆ ਹੈ। ਸ਼ਲੋਕ ਰਾਚ ਰਹੇ ਬਨਤਾ ਬਿਨੋਦ ਕੁਸਮ ਰੰਗ ਬਿਖ ਸੋਰ। ਲਓ ਹੁਣ ਜੋ ਸੰਸਕ੍ਰਿਤ ਦੀ ਵਰਣਮਾਲਾ ਹੈ ਉਹਦੇ ਵਿੱਚ ਦੋ ਸਵਾਰ ਹੋਰ ਵੀ ਆਉਂਦੇ ਨੇ ਵੀ ਜਿਨ੍ਹਾਂ ਨੂੰ ਰੀ ਰਰੀ ਦੇ ਧੁਨੀ ਨਾਲ ਸੰਬੋਧਨ ਕੀਤਾ ਜਾਂਦਾ ਹੈ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੀ ਪਹਿਲਾ ਸਵਰ ਰੀ ਹੈ, ਦੂਸਰਾ ਰੀ ਹੈ। ਹੁਣ ਪਹਿਲੇ ਰੀ ਸਵਰ ਦੁਆਰਾ ਉਪਦੇਸ਼ ਦਿੰਦੇ ਹਨ ਕਿਉਂਕਿ ਰੀ ਨੂੰ ਰਾਰਾ ਅੱਖਰ ਹੀ ਲੱਗਦਾ ਹੈ। ਰਾਚ ਰਹੇ ਬਨਤਾ ਬਨੋਦ ਕੁਸਮ ਰੰਗ ਬਿਕਸੋਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜਿੰਨੇ ਵੀ ਦੁਨੀਆ ਦੇ ਪੁਰਸ਼ ਹਨ, ਰਾਚ ਰਹੇ ਬਨਤਾ ਬਨੋਦ। ਬਨਤਾ ਦਾ ਅਰਥ ਹੈ ਇਸਤਰੀ, ਵੀ ਇਸਤਰੀ ਦੇ ਬਨੋਦ ਦਾ ਅਰਥ ਹੈ ਜਿਹੜੇ ਭੋਗ ਵਿਲਾਸ ਨੇ ਉਹਨਾਂ ਦੇ ਵਿੱਚ ਹੀ ਰਾਚ ਰਹੇ ਤਦਾਕਾਰ ਰਹਿੰਦੇ ਨੇ। ਤੇ ਕੁਸਮ ਰੰਗ ਬਿਕਸੋਰ ਤੇ ਇੱਥੇ ਬਸ ਹੀ ਨਹੀਂ, ਹਜ਼ੂਰ ਕਹਿੰਦੇ ਨੇ ਕੁਸਮ ਰੰਗ ਬਿਕਸੋਰ ਵੀ ਜਿਹੜੇ ਕੁਸਮ ਦਾ ਅਰਥ ਹੈ ਵੀ ਜਿਹੜੀ ਕੁਸੁੰਬੀ ਰੰਗ ਦੀ, ਬਿਖ ਦਾ ਅਰਥ ਹੈ ਜ਼ਹਿਰ, ਉਸ ਤੋਂ ਭਾਵ ਲੈਣਾ ਸ਼ਰਾਬ ਤੇ ਜਿਹੜੇ ਹੋਰ ਨਸ਼ੇ ਨੇ। ਜਿਹੜੇ ਕੁਸਮ ਰੰਗ ਜਿਹੜੇ ਫੁੱਲਾਂ ਦੇ ਰੰਗ ਵਾਲੀ ਭਾਵ ਕੁਸੁੰਬੀ ਰੰਗ ਦੀ ਬਿਖ ਦਾ ਅਰਥ ਹੈ ਜ਼ਹਿਰ, ਸ਼ਰਾਬ ਹੈ ਤੇ ਸੋਰ ਦਾ ਸੁਰਾ ਸ਼ਬਦ ਮੰਨ ਕੇ ਵੀ ਜਿਹੜੀ ਜ਼ਹਿਰੀਲੀ ਸ਼ਰਾਬ ਹੈ ਨਾਲ ਉਹਦੀ ਵੀ ਲੋਕ ਵਰਤੋਂ ਕਰਦੇ ਨੇ ਕਿਉਂਕਿ ਆਮ ਤੌਰ ਤੇ ਨਸ਼ੇ ਵਿਸ਼ੇ ਦਾ ਸੰਬੰਧ ਹੁੰਦਾ ਹੈ। ਇਸੇ ਲਈ ਗੁਰੂ ਮਹਾਰਾਜ ਨੇ ਦੋਵੇਂ ਗੱਲਾਂ ਇੱਥੇ ਇਕੱਠੀਆਂ ਲਿਖੀਆਂ ਨੇ ਵੀ ਜਿਹੜੇ ਲੋਕ ਬਹੁਤੇ ਭੋਗ ਵਿਲਾਸਾਂ ਦੇ ਵਿੱਚ ਖਚਿਤ ਰਹਿੰਦੇ ਨੇ ਤੇ ਫਿਰ ਉਹ ਸ਼ਰਾਬਾਂ ਕਬਾਬਾਂ ਦੇ ਵੀ ਹੋਰ ਕਈ ਤਰ੍ਹਾਂ ਦੇ ਨਸ਼ਿਆਂ ਦੇ ਵੀ ਆਦੀ ਹੋ ਜਾਂਦੇ ਹਨ। ਜਾਂ ਇਸ ਦਾ ਦੂਜਾ ਅਰਥ ਇਉਂ ਵੀ ਕੀਤਾ ਹੈ ਕੁਸਮ ਰੰਗ ਬਿਕਸੋਰ ਵੀ ਜਿਹੜੇ ਆਦਮੀ ਇਸਤਰੀ ਦੇ ਭੋਗ ਵਿਲਾਸ ਦੇ ਵਿੱਚ ਤਦਾਕਾਰ ਰਹਿੰਦੇ ਨੇ, ਕੁਸਮ ਰੰਗ ਬਿਕਸੋਰ ਤੇ ਜਿਹੜੇ ਬਿਖ ਦਾ ਅਰਥ ਹੈ ਵੀ ਜਿਹੜੀ ਜ਼ਹਿਰ ਹੈ, ਜ਼ਹਿਰ ਤੋਂ ਭਾਵ ਹੈ ਮਾਇਆ ਦਾ, ਇਹ ਸਾਰਾ ਮਾਇਆ ਦਾ ਸ਼ੋਰ ਸ਼ਰਾਬਾ ਹੈ। ਤੇ ਕੁਸਮ ਰੰਗ ਇੱਕ ਕੁਸੁੰਬੀ ਰੰਗ ਵਾਂਗੂ ਕੱਚਾ ਲੈਣ ਵਾਲਾ ਰੰਗ ਹੈ, ਭਾਵ ਮਾਇਆ ਦੇ ਸੁੱਖ ਅਤੇ ਵਿਸ਼ਿਆਂ ਦੇ ਸੁੱਖ ਹਮੇਸ਼ਾ ਰਹਿਣ ਵਾਲੇ ਨਹੀਂ। ਇਹ ਤੇ ਕੁਸਮ ਰੰਗ ਇਹ ਫੁੱਲਾਂ ਦੇ ਰੰਗ ਵਾਂਗੂ, ਮੌਸਮੀ ਫੁੱਲਾਂ ਦੇ ਰੰਗ ਵਾਂਗੂ ਥੋੜੇ ਸਮੇਂ ਲਈ ਇਹ ਰੰਗ ਹਨ। ਨਾਨਕ ਤਿਹ ਸਰਨੀ ਪਰੋ ਬਿਨ ਸਜਾਏ ਮੈਂ ਮੋਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਤੁਸੀਂ ਉਸ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਪੈ ਜਾਓ। ਬਿਨ ਸਜਾਏ ਮੈਂ ਮੋਰ, ਫਿਰ ਤੁਹਾਡੇ ਮਨ ਦੇ ਵਿੱਚੋਂ ਮੈਂ ਤੇ ਮੋਰ ਦਾ ਅਰਥ ਹੈ ਮੇਰ, ਜਿਹੜੀ ਮੈਂ ਤੇ ਮੇਰੀ ਖਤਮ ਹੋ ਜਾਵੇਗੀ। ਹੁਣ ਤੇ ਹਰ ਆਦਮੀ ਇਹ ਕਹਿੰਦਾ ਨਾ ਮੈਂ ਹਮ ਬੜ ਕਾਵ ਕੁਲੀਨ ਹਮ ਪੰਡਤ ਹਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਬੁੱਧ ਕਬਹਿ ਨਾ ਨਾਸੀ। ਫਿਰ ਮੋਰ ਦਾ ਅਰਥ ਵੀ ਮੇਰ ਵੀ ਕਰਦਾ, ਆਹ ਵੀ ਚੀਜ਼ ਮੇਰੀ ਹੈ, ਆਹ ਵੀ ਮੇਰੀ ਹੈ। ਹਜ਼ੂਰ ਕਹਿੰਦੇ ਨੇ ਤੁਸੀਂ ਉਸ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਜਾਓ, ਸਭ ਕੁਝ ਉਹਦੇ ਹਵਾਲੇ ਕਰ ਦਿਓ ਤੇ ਫਿਰ ਤੁਹਾਡੀ ਮੈਂ ਤੇ ਮੇਰ ਨਾਸ ਹੋ ਸਕਦੀ ਹੈ। ਪੌੜੀ ਰੇ ਮਨ ਬਿਨ ਹਰ ਜਹ ਰਚਹੁ ਤਹ ਤਹ ਬੰਧਨ ਪਾਹੇ। ਲਓ ਹੁਣ ਪੌੜੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੀ ਛੋਟੀ ਰੀ ਹੈ ਉਸ ਦੁਆਰਾ ਉਪਦੇਸ਼ ਦਿੰਦੇ ਹਨ। ਰੇ ਮਨ ਬਿਨ ਹਰ ਜਹ ਰਚੋ, ਐ ਮਨਾ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਜਿੱਥੇ ਜਿੱਥੇ ਵੀ ਤੂੰ ਰਚਦਾ ਹੈ,
चाहे जड़ माया है, चेतन माया है, चाहे कोई नशा है, चाहे विषय है, चाहे कोई पदार्थ है, चाहे कोई होर रस है, वाहिगुरु नूं छड्ड के जिथे जिथे भी तू रचदा है तह तह बंधन पाए। हजूर कहंदे भाई उथे उथे तेरे गल विच बंधन पै जांदे ने। वाहिगुरु दे नाम नूं छड्ड के असीं जिथे जिथे भी खचत हुन्ने आ, किसे रस विच, किसे पदार्थ विच, किसे नशे विच, किसे विषय दे विच, ਜਾਂ ਮਾਇਆ ਦੇ ਕਿਸੇ ਰੰਗ ਦੇ ਵਿੱਚ ਵੀ ਉੱਥੇ ਉੱਥੇ ਸਾਨੂੰ ਬੰਧਨ ਪੈ ਜਾਂਦੇ ਹਨ। ਜਿਹ ਬਿਦ ਕਤਹੂ ਨਾ ਛੂਟੀਐ ਸਾਕਤ ਤੇਊ ਕਮਾਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਾਕਤ ਪੁਰਸ਼ ਉਹੋ ਜਿਹੇ ਕੰਮ ਕਰਦੇ ਨੇ ਵੀ ਜਿਸ ਤਰੀਕੇ ਦੇ ਨਾਲ ਕਦੇ ਵੀ ਛੁੱਟਿਆ ਨਹੀਂ ਜਾ ਸਕਦਾ। ਭਾਵ ਐਸੇ ਭੈੜੇ ਕੰਮ, ਖੋਟੇ ਕੰਮ ਕਰਦੇ ਹਨ ਜਿਸ ਕਰਕੇ ਕਰਤਾ ਭੋਗਤਾ ਦੇ ਹਉਮੈ ਹੰਕਾਰ ਦੇ ਵਿਸ਼ੇ ਵਾਸ਼ਨਾ ਦੇ ਬੰਧਨ ਪਏ ਹੀ ਰਹਿੰਦੇ ਨੇ ਤੇ ਫਿਰ ਉਹਨਾਂ ਤੋਂ ਛੁੱਟਣਾ ਬਹੁਤ ਔਖਾ ਹੈ। ਹਉ ਹਉ ਕਰਤੇ ਕਰਮ ਰਤ ਤਾਕੋ ਭਾਰ ਅਫਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੇ ਜੀਵ ਨੇ ਕਰਮ ਰਤ ਵੀ ਕਰਮਾਂ ਦੇ ਨਾਲ ਪ੍ਰੇਮ ਕਰਕੇ ਤੇ ਹਾਂ ਕਰਤੇ ਤੇ ਮੈਂ ਕਰਦੇ ਹੋਏ ਸਾਰੇ ਕੰਮ ਕਰਦੇ ਨੇ, ਅਥਵਾ ਅਨਵੇਂ ਕਰਕੇ ਉਹ ਵੀ ਅਰਥ ਮਹਾਂਪੁਰਖ ਕਰਦੇ ਸਨ। ਹਾਂ ਕਰਤੇ ਕਰਮ ਰਤ ਵੀ ਹਾਂ ਦਾ ਅਰਥ ਹੈ ਮੈਂ ਦੇ ਵਿੱਚ, ਰਤ ਦਾ ਅਰਥ ਹੈ ਮਗਨ ਹੋ ਕੇ। ਮੈਂ ਦੇ ਵਿੱਚ ਆਪਣੇ ਮਨ ਨੂੰ ਐਨ ਰੰਗ ਕੇ ਕਰਤੇ ਕਰਮ, ਇਹ ਜਿਹੜੇ ਜੀਵ ਨੇ ਭਾਈ ਕਰਮ ਕਰ ਰਹੇ ਨੇ। ਮੈਂ ਦੇ ਵਿੱਚ ਖਚਤ ਹੋ ਕੇ ਜੀਵ ਕਰਮ ਕਰਦੇ ਹਨ ਤਾਂ ਕੋ ਪਾਰੇ ਅਫਾਰ ਵੀ ਉਹਨਾਂ ਦਾ ਜਿਹੜਾ ਭਾਈ ਜਿਹੜਾ ਭਾਰ ਹੈ, ਅਫਾਰ ਦਾ ਅਰਥ ਹੈ ਫੜਨ ਤੋਂ ਰਹਿਤ, ਬਹੁਤ ਭਾਰੀ ਸਿਰ ਉੱਤੇ ਚੜ੍ਹ ਜਾਂਦਾ ਹੈ। ਅਥਵਾ ਅਫਾਰ ਦਾ ਅਰਥ ਵੀ ਜਿਹੜਾ ਅਫਰੇਵੇਂ ਦਾ ਭਾਰ, ਤਾਂ ਕੋ ਪਾਰ ਅਫਾਰ। ਅਫਾਰ ਦਾ ਅਰਥ ਹੈ ਵੀ ਅਫਾਰਾ, ਅਫਾਰੇ ਤੋਂ ਭਾਵ ਲੈਣਾ ਹੰਕਾਰ ਦਾ। ਤਾਂ ਕੋ ਪਾਰ ਅਫਾਰ ਜਿਹੜੇ ਅਸੀਂ ਹਉ ਆਸ਼ਰਿਤ ਕਰਮ ਕਰਦੇ ਹਾਂ ਫਿਰ ਉਹਨਾਂ ਦੇ ਨਾਲ ਹੰਕਾਰ ਦਾ, ਅਫਾਰੇ ਦਾ ਬਹੁਤਾ ਭਾਵ ਸਾਡੇ ਸਿਰ ਤੇ ਚੜ੍ਹ ਜਾਂਦਾ ਹੈ। ਪ੍ਰੀਤ ਨਹੀਂ ਜੋ ਨਾਮ ਸਿਉ ਤਉ ਏਉ ਕਰਮ ਵਿਕਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜੇ ਸਾਡੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਪ੍ਰੀਤੀ ਨਹੀਂ ਪੈਦਾ ਹੋਈ ਤਾਂ ਇਹੋ ਕਰਮ ਬੇਕਾਰ, ਤਾਂ ਇਹ ਜਿਹੜੇ ਸਾਰੇ ਕਰਮ ਨੇ, ਬੇਕਾਰ ਦਾ ਅਰਥ ਹੈ ਬੇਕਾਰ ਨੇ, ਫਜ਼ੂਲ ਨੇ, ਜਾਂ ਇਹ ਸਾਰੇ ਹੀ ਜਿਹੜੇ ਕੰਮ ਨੇ ਬੇਕਾਰ ਖੋਟੇ ਹੀ ਨੇ। ਇਹਨਾਂ ਦੁਆਰਾ ਸਾਨੂੰ ਲਾਭ ਦੀ ਥਾਂ ਤੇ ਨੁਕਸਾਨ ਹੀ ਹੁੰਦਾ ਹੈ। ਬਾਦੇ ਜਮ ਕੀ ਜੇਵਰੀ ਮਿੱਠੀ ਮਾਇਆ ਰੰਗ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਜੀਵ ਵੀ ਇਸ ਮਿੱਠੀ ਮਾਇਆ ਦੇ ਰੰਗ ਦੇ ਵਿੱਚ ਫਸ ਜਾਂਦੇ ਹਨ, ਬਾਦੇ ਜਮ ਕੀ ਜੇਵਰੀ, ਫਿਰ ਉਹ ਜਮਾਂ ਦੀ ਜੇਵਰੀ ਦਾ ਅਰਥ ਹੈ ਫਾਹੀ ਦੇ ਵਿੱਚ ਵੱਜ ਜਾਂਦੇ ਨੇ। ਆ ਜਿਹੜੇ ਮਿੱਠੀ ਮਾਇਆ ਦੇ ਰੰਗ ਮੋਹ ਦੇ ਵਿੱਚ ਫਸ ਜਾਂਦੇ ਹੈ ਤੇ ਫਿਰ ਉਹੀ ਜਮਾਂ ਦੀ ਫਾਹੀ ਦੇ ਵਿੱਚ ਫਸਦੇ ਹਨ। ਪਰਮ ਕੇ ਮੋਹੇ ਨਹਿ ਬੁਝੈ ਸੋ ਪ੍ਰਭ ਸਦਹੂ ਸੰਗ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੀ ਭਰਮ ਦੇ ਮੋਹੇ ਮੂਰਛਤ ਕੀਤੇ ਹੋਏ ਨੇ, ਇਸੇ ਲਈ ਇਹ ਇਸ ਗੱਲ ਨੂੰ ਸਮਝਦੇ ਨਹੀਂ ਵੀ ਉਹ ਵਾਹਿਗੁਰੂ ਪਰਮੇਸ਼ਰ ਤਾਂ ਹਮੇਸ਼ਾ ਸਾਡੇ ਨਾਲ ਹੀ ਵਸ ਰਿਹਾ ਹੈ। ਦੁਕਾਲੰਗ ਪ੍ਰਣਾਸੀ ਦਇਆਲੰਗ ਸਰੂਪੇ ਸਦਾ ਅੰਗ ਸੰਗਿਆ ਭੰਗੰਗ ਬਪੂਤੇ। ਪਰ ਭਰਮ ਦੇ ਮੋਹੇ ਹੋਏ ਜੀਵ ਇਸ ਗੱਲ ਨੂੰ ਸਮਝਦੇ ਨਹੀਂ, ਉਹ ਵਾਹਿਗੁਰੂ ਤਾਂ ਸਭ ਦੇ ਨਾਲ ਵਸ ਰਿਹਾ ਹੈ। ਲੇਖੈ ਗਣਤ ਨਾ ਛੂਟੀਐ ਕਾਚੀ ਭੀਤ ਨਾ ਸੁਧ। ਸਦਹੂ ਦਾ ਅਰਥ ਹੈ ਹਮੇਸ਼ਾ, ਉਹ ਵਾਹਿਗੁਰੂ ਹਮੇਸ਼ਾ ਨਾਲ ਵਸ ਰਿਹਾ ਹੈ। ਹਜ਼ੂਰ ਕਹਿੰਦੇ ਨੇ ਲੇਖੈ ਗਣਤ ਨਾ ਛੂਟੀਐ। ਜੇ ਕੋਈ ਆਪਣੇ ਕਰਮਾਂ ਦਾ ਲੇਖਾ ਗਿਣਨ ਲੱਗ ਜਾਵੇ ਤਾਂ ਹਜ਼ੂਰ ਕਹਿੰਦੇ ਨੇ ਕਿਸੇ ਤਰ੍ਹਾਂ ਵੀ ਜੀਵ ਛੁੱਟ ਨਹੀਂ ਸਕਦਾ। ਕਿਉਂ? ਕਾਚੀ ਪੀਤ ਨਾ ਸੁੱਧ। ਇਹ ਜਿਹੜਾ ਸਾਡਾ ਸਰੀਰ ਹੈ ਤੇ ਕੱਚੀ ਕੰਧ ਵਾਂਗ ਹੈ, ਇਹਨੂੰ ਜਿੰਨਾ ਮਰਜ਼ੀ ਧੋ ਲਓ ਇਹ ਕਦੇ ਸ਼ੁੱਧ ਹੋ ਨਹੀਂ ਸਕਦਾ। ਕੱਚੀ ਕੰਧ ਜਿਹੜੀ ਮਿੱਟੀ ਦੀ ਕੰਧ ਬਣੀ ਹੋਵੇ, ਗਾਰੇ ਦੀ ਕੰਧ ਬਣੀ ਹੋਵੇ, ਉਹਨੂੰ ਜਿੰਨਾ ਮਰਜ਼ੀ ਪਾਣੀ ਨਾਲ ਧੋਈ ਜਾਓ ਵਿੱਚੋਂ ਮਿੱਟੀ ਗਾਰ ਨਿਕਲਦੀ ਰਹਿੰਦੀ ਹੈ, ਉਹ ਮੈਲ ਨਿਕਲ ਨੂੰ ਹਟ ਨਹੀਂ ਸਕਦੀ ਕਿਉਂਕਿ ਕੱਚੀ ਕੰਧ ਹੈ। ਹਜ਼ੂਰ ਕਹਿੰਦੇ ਨੇ ਇਸੇ ਤਰ੍ਹਾਂ ਸਰੀਰ ਵੀ ਕੱਚੀ ਕੰਧ ਹੈ, ਇਹਨੂੰ ਜਿੰਨਾ ਮਰਜ਼ੀ ਧੋਈ ਜਾਓ, ਜਿੰਨਾ ਮਰਜ਼ੀ ਨਵਾਈ ਜਾਓ, ਜਿੰਨਾ ਮਰਜ਼ੀ ਸਾਫ਼ ਕਰ ਲਓ, ਜਿੰਨਾ ਮਰਜ਼ੀ ਇਸ ਨੂੰ ਸ਼ੁੱਧ ਕਰਨ ਦਾ ਯਤਨ ਕਰੋ, ਪਰ ਇਹ ਕੱਚੀ ਕੰਧ ਕਦੇ ਸ਼ੁੱਧ ਨਹੀਂ ਹੋ ਸਕਦੀ। ਤੁਸੀਂ ਆਪਣੇ ਸਰੀਰ ਨੂੰ ਠੀਕ ਹੈ ਇੱਕ ਵਾਰੀ ਆਪਾਂ ਇਸ਼ਨਾਨ ਕਰ ਲੈਂਦੇ ਹਾਂ,
ਵੀ ਸੋਚ ਲੈਂਦੇ ਹਾਂ ਵੀ ਚਲੋ ਸਰੀਰ ਹੁਣ ਸ਼ੁੱਧ ਹੋ ਗਿਆ, ਪਰ ਥੋੜ੍ਹੀ ਦੇਰ ਬਾਅਦ ਸਾਡੇ ਸਰੀਰ ਨੂੰ ਪਸੀਨਾ ਆ ਜਾਂਦਾ ਹੈ ਜਾਂ ਬਾਹਰੋਂ ਮੈਲ ਲੱਗ ਜਾਂਦੀ ਹੈ, ਫਿਰ ਗੰਦਾ ਹੋ ਜਾਂਦਾ ਹੈ। ਇਹ ਕੱਚੀ ਕੰਧ ਹੈ, ਕਿਉਂਕਿ ਇਹਦੇ ਵਿੱਚ ਵੀ ਮੈਲ ਹੈ, ਕੁਛ ਬਾਹਰੋਂ ਵੀ ਮੈਲ ਇਸ ਨੂੰ ਲੱਗਦੀ ਰਹਿੰਦੀ ਹੈ। ਇਸੇ ਲਈ ਇਹ ਸਰੀਰ ਤੇ ਕੱਚੀ ਕੰਧ ਵਾਂਗੂ ਕਦੇ ਸ਼ੁੱਧ ਹੋ ਹੀ ਨਹੀਂ ਸਕਦਾ। ਤੇ ਫਿਰ ਜੇ ਕੋਈ ਕਰਮਾਂ ਦਾ ਲੇਖਾ ਹੋਣ ਲੱਗ ਜਾਵੇ, ਫਿਰ ਤੇ ਸਾਡੀ ਕਦੇ ਮੁਕਤੀ ਹੋ ਨਹੀਂ ਸਕਦੀ, ਕਿਉਂਕਿ ਸਤਿਗੁਰੂ ਦੇ ਬਚਨ ਹੈ, ਲੇਖੈ ਕਤਹਿ ਨਾ ਛੁਟੀਐ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਲੇਖੇ ਦੇ ਨਾਲ ਕਦੇ ਸਾਡਾ ਛੁਟਕਾਰਾ ਨਹੀਂ ਹੋ ਸਕਦਾ, ਕਿਉਂਕਿ ਸਾਡੇ ਵਿੱਚ ਔਗਣ ਬਹੁਤੇ ਨੇ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰਿਓ ਪਾਵੋ ਡੁੱਬਦੇ ਪੱਥਰ ਤਾਰੇ। ਆਪਾਂ ਤਾਂ ਵਾਹਿਗੁਰੂ ਦੀ ਮਿਹਰ ਦੇ ਨਾਲ ਹੀ ਛੁੱਟ ਸਕਦੇ ਹਾਂ। ਇਹ ਕਿਸੇ ਕਵੀ ਨੇ ਵੀ ਬੜਾ ਸੁੰਦਰ ਇੱਕ ਖਿਆਲ ਪ੍ਰਗਟਾਇਆ ਹੈ। ਉਹ ਲਿਖਦਾ ਹੈ, ਕਾਗਦ ਲੇਖਾ ਜਾਓ ਕਰੋ, ਕਹਾਂ ਪਜਾਵੋ ਨਾਥ, ਔਗਣ ਮੇਰੇ ਬਖਸ਼ੀਐ ਮਾਥੇ ਧਰੀਐ ਹੱਥ। ਜੇ ਕਾਗਜ਼ ਲੈ ਕੇ ਤੇ ਕਲਮ ਲੈ ਕੇ ਮੇਰੇ ਕਰਮਾਂ ਦਾ ਲੇਖਾ ਕਰਨ ਲੱਗ ਪਏ ਤੇ ਫੇਰ ਨਹੀਂ ਮੈਂ ਛੁੱਟ ਸਕਾਂਗਾ। ਬਸ ਮੇਰੇ ਸਿਰ ਤੇ ਮੇਰਾ ਭਰਿਆ ਹੱਥ ਰੱਖ ਦਿਓ, ਤਾਂ ਹੀ ਮੇਰਾ ਛੁਟਕਾਰਾ ਹੋ ਸਕਦਾ ਹੈ। ਇਸੇ ਲਈ ਹਜ਼ੂਰ ਕਹਿੰਦੇ, ਲੇਖੇ ਦੀ ਗਿਣਤੀ ਨਾਲ ਕਦੇ ਨਹੀਂ ਛੁੱਟ ਸਕੀਦਾ, ਤੇ ਨਾ ਹੀ ਕੱਚੀ ਕੰਧ ਕਦੇ ਸ਼ੁੱਧ ਪਵਿੱਤਰ ਹੋ ਸਕਦੀ ਹੈ। ਜਿਸ ਹੈ ਬੁਝਾਏ ਨਾਨਕਾ, ਤਿਹ ਗੁਰਮੁਖ ਨਿਰਮਲ ਬੁੱਧ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਗੁਰਸਿੱਖ ਮਾਈ ਭਾਈ ਨੂੰ ਉਹ ਵਾਹਿਗੁਰੂ ਪਰਮੇਸ਼ਰ ਵੀ ਅਸਲੀ ਜਿਹੜਾ ਜੀਵਨ ਦਾ ਮਕਸਦ ਸਮਝਾ ਦਿੰਦਾ ਹੈ, ਤੇ ਗੁਰਮੁਖ ਨਿਰਮਲ ਬੁੱਧ, ਫਿਰ ਉਸਦੀ ਗੁਰੂ ਦੀ ਕਿਰਪਾ ਦੇ ਨਾਲ ਨਿਰਮਲ ਬੁੱਧੀ ਹੋ ਜਾਂਦੀ ਹੈ। ਭਾਵ ਜਿਹਨੂੰ ਆਪਣੇ ਜੀਵਨ ਦੇ ਮਕਸਦ ਬਾਰੇ ਪਤਾ ਲੱਗ ਜਾਂਦਾ ਹੈ, ਫਿਰ ਉਹ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਸੇਵਾ ਸਿਮਰਨ ਨਾਮ ਬਾਣੀ ਦਾ ਅਭਿਆਸ ਕਰਦਾ ਹੈ, ਜਿਸ ਦੇ ਨਾਲ ਉਸ ਨੂੰ ਨਿਰਮਲ ਬੁੱਧੀ ਪ੍ਰਾਪਤ ਹੋ ਜਾਂਦੀ ਹੈ। ਸ਼ਲੋਕ ਟੂਟੇ ਬੰਧਨ ਜਾਸ ਕੇ ਹੋਆ ਸਾਧੂ ਸੰਗ। ਲਓ ਹੁਣ 10ਵੇਂ ਸ਼ਲੋਕ ਦੇ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਵੀ ਕੀ ਇਹ ਮਨੁੱਖ ਬੰਧਨਾਂ ਤੋਂ ਮੁਕਤ ਵੀ ਹੋ ਸਕਦਾ ਹੈ? ਤਾਂ ਹਜ਼ੂਰ ਕਹਿੰਦੇ, ਭਾਈ ਹਾਂ ਹੋ ਸਕਦਾ ਹੈ। ਟੂਟੇ ਬੰਧਨ ਜਾਸ ਕੇ ਹੋਆ ਸਾਧੂ ਸੰਗ, ਵੀ ਜਿਸ ਨੂੰ ਸਾਧੂ ਦਾ ਅਰਥ ਹੈ ਸਤਿਗੁਰੂ ਦਾ ਸੰਗ ਪ੍ਰਾਪਤ ਹੋ ਗਿਆ, ਭਾਵ ਜਿਸ ਨੂੰ ਪੂਰੇ ਗੁਰੂ ਦਾ ਮਿਲਾਪ ਹੋ ਗਿਆ। ਟੂਟੇ ਬੰਧਨ ਜਾਸ ਕੇ, ਵੀ ਫਿਰ ਭਾਈ ਜਿਸ ਦੇ ਬੰਧਨ ਟੁੱਟ ਗਏ ਤੇ ਹੋਆ ਸਾਧੂ ਸੰਗ, ਤੇ ਸਮਝ ਲਓ ਉਹਨੂੰ ਅਸਲੀ ਗੁਰੂ ਦਾ ਸੰਗ ਪ੍ਰਾਪਤ ਹੋਇਆ ਹੈ। ਭਾਵ ਗੁਰੂ ਦੇ ਮਿਲਾਪ ਕਰਕੇ ਹੀ ਜੀਵ ਦੇ ਬੰਧਨ ਟੁੱਟਦੇ ਹਨ। ਜੋ ਰਾਤੇ ਰੰਗ ਏਕ ਕੈ, ਨਾਨਕ ਗੂੜਾ ਰੰਗ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੋ ਉਸ ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਰੰਗ ਵਿੱਚ ਰੰਗੇ ਗਏ ਹਨ, ਨਾਨਕ ਗੂੜਾ ਰੰਗ। ਹਜ਼ੂਰ ਕਹਿੰਦੇ, ਭਾਈ ਫਿਰ ਉਹਨਾਂ ਨੂੰ ਬਹੁਤ ਗੂੜਾ ਰੰਗ ਚੜ੍ਹ ਜਾਂਦਾ ਹੈ। ਭਾਵ ਪ੍ਰੇਮ ਦਾ ਰੰਗ, ਭਗਤੀ ਦਾ ਰੰਗ, ਬਹੁਤ ਗੂੜਾ ਰੰਗ ਉਹਨਾਂ ਨੂੰ ਚੜ੍ਹ ਜਾਂਦਾ ਹੈ। ਉਹ ਐਸਾ ਗੂੜਾ ਰੰਗ ਹੈ, ਕਾਇਆ ਕਾਪਰ ਚੀਰ ਬਹੁ ਫਾਰਿਆ, ਰੰਗ ਨਾ ਲਹਿ ਸੁਭਾਗਾ। ਇਹ ਜਿਹੜਾ ਸਰੀਰ ਰੂਪੀ ਕੱਪੜਾ ਹੈ, ਚਾਹੇ ਲੀਰੋ ਲੀਰ ਹੋ ਜਾਵੇ, ਇਸ ਦਾ ਬੰਦ ਕਟਿਆ ਜਾਵੇ, ਤਾਂ ਵੀ ਉਹ ਰੰਗ ਉਤਰਦਾ ਨਹੀਂ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਜੋ ਰਾਤੇ ਰੰਗ ਏਕ ਹੈ, ਜੋ ਉਸ ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਰੰਗ ਵਿੱਚ ਰੰਗੇ ਗਏ ਹਨ, ਫਿਰ ਉਹਨਾਂ ਨੂੰ ਪ੍ਰੇਮ ਤੇ ਭਗਤੀ ਦਾ ਗੂੜਾ ਰੰਗ ਹੋਰ ਚੜ੍ਹ ਜਾਂਦਾ ਹੈ। ਪੌੜੀ ਰਾਰਾ ਰੰਗ ਹੋਇਆ ਮਨ ਆਪਣਾ। ਲਓ ਹੁਣ ਪੌੜੀ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਰੀ, ਦੂਸਰੀ ਜਿਹੜੀ ਵੱਡੀ ਰੀ ਹੁੰਦੀ ਹੈ, ਸੰਸਕ੍ਰਿਤ ਦੇ ਸਵਰਾਂ ਦੇ ਵਿੱਚ ਰੀ ਰੀ ਇਹ ਅਕਸ਼ਰ ਆਉਂਦੇ ਹਨ। ਹੁਣ ਉਹ ਜਿਹੜੀ ਰੀ ਸਵਰ ਹੈ, ਉਸ ਦੁਆਰਾ ਅੱਗੇ ਉਪਦੇਸ਼ ਆਰੰਭ ਹੋ ਰਿਹਾ ਪੌੜੀ ਦੇ ਅੰਦਰ। ਰਾਰਾ ਰੰਗ ਹੋਇਆ ਮਨ ਆਪਣਾ। ਸਤਿਗੁਰੂ ਕਹਿੰਦੇ ਨੇ ਉਸ ਰੀ ਅੱਖਰ ਦੁਆਰਾ ਕਿ ਰਾਰਾ ਇਹ ਕਹਿੰਦਾ ਹੈ, ਔਰ ਰੀ ਸਵਰ ਇਹ ਕਹਿੰਦਾ ਹੈ ਵੀ ਇਹ ਜਿਹੜਾ ਤੁਹਾਡਾ ਆਪਣਾ ਮਨ ਹੈ, ਇਸ ਨੂੰ ਤੁਸੀਂ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗ ਦਿਓ। ਹਰ ਹਰ ਨਾਮ ਜਪੋ ਜਪ ਰਸਨਾ। ਤੇ ਮਹਾਰਾਜ ਇਹ ਨਾਮ ਦਾ ਰੰਗ ਚੜ੍ਹਦਾ ਕਿਵੇਂ ਹੈ? ਤਾਂ ਹਜ਼ੂਰ ਕਹਿੰਦੇ ਨੇ, ਹਰ ਹਰ ਨਾਮ ਜਪੋ ਜਪ ਰਸਨਾ। ਤੁਸੀਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੋ। ਨਾਮ ਕਿਵੇਂ ਜਪੀਏ? ਜਪ ਰਸਨਾ, ਰਸਨਾ ਤੋਂ ਜਪੋ। ਭਾਵ ਪਹਿਲਾਂ ਰਸਨਾ ਦੁਆਰਾ ਵਾਹਿਗੁਰੂ ਦਾ ਨਾਮ ਜਪਣਾ ਸ਼ੁਰੂ ਕਰੋ, ਤੇ ਰਸਨਾ ਤੋਂ ਜਪਦਿਆਂ ਜਪਦਿਆਂ ਇਹ ਸਵਾਸਾਂ ਦੇ ਨਾਲ ਤੁਹਾਡੇ ਅੰਦਰ ਜਾਵੇਗਾ। ਤੇ ਫਿਰ ਜਿੱਥੋਂ ਸਵਾਸ ਪੈਦਾ ਹੁੰਦੇ ਨੇ ਉਹ ਹੈ ਨਾਭੀ ਅਸਥਾਨ।
ਉਸ ਨਾਭੀ ਅਸਥਾਨ ਦੇ ਹੇਠਲੇ ਪਾਸੇ ਜਦੋਂ ਨਾਮ ਚਲਿਆ ਜਾਂਦਾ ਹੈ ਤੇ ਫਿਰ ਉੱਥੇ ਜਾ ਕੇ ਪਰਾ ਬਾਣੀ ਦੇ ਵਿੱਚ ਆਪਣੇ ਆਪ ਹੀ ਅਜੱਪਾ ਜਾਪ ਸ਼ੁਰੂ ਹੁੰਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਪਹਿਲਾਂ ਵਾਹਿਗੁਰੂ ਦੇ ਨਾਮ ਨੂੰ ਰਸਨਾ ਦੁਆਰਾ ਜਪੋ ਤੇ ਜਦੋਂ ਰਸਨਾ ਦੁਆਰਾ ਜਪੋਗੇ ਫਿਰ ਉਹ ਤੁਹਾਡੇ ਅੰਦਰ ਵਸੇਗਾ। ਰੇ ਰੇ ਦਰਗਹ ਕਹਿ ਨਾ ਕੋ। ਜਦੋਂ ਤੁਹਾਡੇ ਕੋਲ ਨਾਮ ਹੋਵੇਗਾ, ਹਜ਼ੂਰ ਕਹਿੰਦੇ ਜਦੋਂ ਤੁਸੀਂ ਪਰਮੇਸ਼ਰ ਦੀ ਦਰਗਾਹ ਵਿੱਚ ਜਾਵੋਗੇ ਉੱਥੇ ਵੀ ਰੇ ਰੇ ਸ਼ਬਦ ਦੁਆਰਾ ਤੁਹਾਨੂੰ ਕੋਈ ਨਹੀਂ ਬੁਲਾਵੇਗਾ। ਜਿਵੇਂ ਆਪਾਂ ਕਹਿੰਦੇ ਰੇ ਰੇ ਸ਼ਬਦ ਇਹ ਇੱਕ ਅਪਮਾਨਜਨਕ ਸ਼ਬਦ ਹੁੰਦਾ ਹੈ। ਕੋਈ ਐਰ ਗੈਰ ਆਦਮੀ ਆ ਜਾਵੇ, ਆਪਾਂ ਕਹਿੰਦੇ ਆ ਓਏ ਕਿਵੇਂ ਆਇਆ, ਪੰਜਾਬੀ ਵਿੱਚ ਓਏ ਸ਼ਬਦ ਹੁੰਦਾ ਹੈ, ਹਿੰਦੀ ਵਿੱਚ ਰੇ ਹੁੰਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਉਸ ਨੂੰ ਦਰਗਾਹ ਦੇ ਵਿੱਚ ਕੋਈ ਅਪਮਾਨਜਨਕ ਸ਼ਬਦ ਦੇ ਨਾਲ ਸੰਬੋਧਨ ਨਹੀਂ ਕਰੇਗਾ।